ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ। ਸੇਵਾ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਨਿਤਨੇਮ ਸੰਗਤਾਂ ਦੇ ਦਰਸ਼ਨ ਮੇਲੇ, ਸੇਵਾ ਸਿਮਰਨ, ਸਤਿਗੁਰਾਂ ਦੇ ਪਾਵਨ ਬਚਨਾਂ ਦੀ ਵਿਚਾਰ ਕਰਨ ਦਾ, ਸੁਣਨ ਦਾ ਸਮਾਂ ਮਿਲੇ। ਜਿੰਨੀਆਂ ਵੀ ਸੰਗਤਾਂ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ, ਵੱਡਿਆਂ ਕਰਮਾਂ ਵਾਲੇ ਹੋ, ਜੋ ਆਪਣੇ ਸਮੇਂ ਨੂੰ, ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਗੁਰੂ ਚਰਨਾਂ 'ਚ ਗੁਜ਼ਾਰ ਕਰਕੇ ਲੇਖੇ ਵਿੱਚ ਲਾਉਣ ਦਾ ਯਤਨ ਕਰਦੇ ਹੋ ਜੀ। ਸੁਆਓ ਗੁਰਮੁਖੋ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ, ਯਤਨ ਕਰੀਏ ਇਸ ਸਮੇਂ ਨੂੰ ਸਫਲਾ ਬਣਾਈਏ। ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ ਜੀ। ਆਓ ਸਾਰੇ ਸ਼ਰਧਾ ਭਾਵਨਾ ਦੇ ਨਾਲ ਜੁੜਨਾ ਕਰੋ ਜੀ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਹੋ ਜੀ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਸ਼ਨਾ ਮਾਇਆ ਮੋਣੀ ਸੁਤ ਬੰਧਪ ਕਰਨਾਰ। ਧੰਨ ਗੁਰੂ ਨਾਨਕ ਮਹਾਰਾਜ ਕਿਰਪਾ ਕਰ ਰਹੇ ਨੇ ਸ੍ਰੀ ਰਾਗ ਦੇ ਵਿੱਚ। ਕਹਿੰਦੇ ਜੋ ਮਾਇਆ ਸ੍ਰਿਸ਼ਟੀ ਦੇ ਜੀਵਾਂ ਨੂੰ ਮੋਹਿਤ ਕਰਨ ਵਾਲੀ ਹੈ, ਇਸ ਦੀ ਪ੍ਰਾਪਤੀ ਰੂਪ ਤ੍ਰਿਸ਼ਨਾ ਜੀਵ ਨੂੰ ਲੱਗੀ ਆ। ਜਿਸ ਵੀ ਚੀਜ਼ ਦਾ ਬੰਦੇ ਨੂੰ ਜ਼ਿਆਦਾ ਮੋਹ ਹੈ, ਉਹ ਉਹਦੇ ਵਾਸਤੇ ਮਾਇਆ ਹੈ। ਖਾਣ ਪੀਣ ਦਾ, ਰਿਸ਼ਤਿਆਂ ਦਾ, ਪੈਸੇ ਦਾ, ਜ਼ਮੀਨ ਜਾਇਦਾਦ, ਪਦਾਰਥਾਂ ਦਾ, ਉਹ ਹਰ ਇੱਕ ਚੀਜ਼ ਮਾਇਆ ਹੈ। ਹਰ ਟਾਈਮ ਤ੍ਰਿਸ਼ਨਾ ਲੱਗੀ ਰਹਿਣੀ।
ਜੀਵ ਨੂੰ ਤ੍ਰਿਸ਼ਨਾ ਲੱਗੀ ਹੈ, ਜਿਸ ਕਰਕੇ ਉਹ ਕਹਿੰਦਾ ਕਿ ਸੁਤ ਬੰਦਪ ਘਰ ਨਾਰ, ਸੁਤ ਕਹੀਏ ਪੁੱਤਰ, ਬੰਦਪ ਕਹੀਏ ਸੰਬੰਧੀ, ਘਰ ਮਕਾਨ, ਨਾਰ ਕਹੀਏ ਮੇਰੀ ਇਸਤਰੀ, ਇਹ ਸਭ ਕੁਛ ਮੇਰਾ ਹੈ। ਥਨ ਜੋਬਨ ਜਗ ਠੱਗਿਆ, ਲਬ ਲੋਭ ਅਹੰਕਾਰ। ਕਹਿੰਦੇ ਖਾਣ ਦੇ ਲਾਲਚ, ਜੋੜਨ ਦੇ ਲੋਭ ਗੁਣਾਂ ਦੇ ਹੰਕਾਰ, ਧਨ ਜੋਬਨ ਕਹੀਏ ਜਵਾਨੀ ਨੂੰ, ਸਾਰੇ ਸੰਸਾਰ ਨੂੰ ਠੱਗਿਆ। ਧਨ ਜੋਬਨ ਜਗ ਠੱਗਿਆ, ਲਬ ਲੋਭ ਹੰਕਾਰ। ਪੈਸੇ ਨੇ, ਜਵਾਨੀ ਨੇ, ਆ ਜੋਬਨ, ਇਹ ਜਿੰਨੇ ਵੀ ਗੁਣ ਨੇ, ਹੰਕਾਰ ਨੇ, ਸਾਰਾ ਸੰਸਾਰ ਠੱਗਿਆ। ਮੋਹ ਠਗੌਲੀ ਹਉ ਮੁਈ, ਸਾ ਵਰਤੈ ਸੰਸਾਰ। ਇਉਂ ਮਾਇਆ ਦੇ ਮੋਹ ਦੀ ਠਗੌਲੀ ਕਹੀਏ, ਠੱਗੀ ਬੂਟੀ ਤੇ, ਹਉ ਮੁਈ ਕਹੀਏ ਹਉਮੈ ਕਰਕੇ ਸ੍ਰਿਸ਼ਟੀ ਮਰ ਰਹੀ ਆ। ਸੰਸਾਰ ਵਿੱਚ ਵਰਤਾਰਾ ਵਰਤ ਰਿਹਾ। ਇਸ ਪ੍ਰਕਾਰ ਮਾਇਆ ਦੇ ਮੋਹ ਦੀ ਠੱਗ ਬੂਟੀ ਪਾ ਛੱਡੀ ਆ। ਜਿਵੇਂ ਠੱਗਾਂ ਦਾ ਤਰੀਕਾ ਖਾਣ ਵਾਲੀਆਂ ਚੀਜ਼ਾਂ ਵਿੱਚ ਜ਼ਹਿਰ ਪਾ ਦੇਣਾ, ਮਠਿਆਈਆਂ ਵਿੱਚ ਜ਼ਹਿਰ ਮਿਲਾ ਕੇ ਉਜਾੜਾਂ ਵਿੱਚ ਬੈਠ ਜਾਂਦੇ ਨੇ। ਭੁੱਖਾ ਰਾਹੀ ਖਾਣ ਦੇ ਲਾਲਚ ਵਿੱਚ ਆ ਕੇ ਉਹ ਜਿਹੜਾ ਉਹਨਾਂ ਕੋਲ ਪਦਾਰਥ ਹੁੰਦਾ ਖਾ ਲੈਂਦਾ, ਕਮਲਾ ਹੋ ਜਾਂਦਾ। ਫਿਰ ਠੱਗ ਉਹਦੇ ਬੇਹੋਸ਼ ਹੋਏ ਤੇ ਉਹਦੀ ਜੋ ਉਹਦੇ ਕੋਲ ਮਾਇਆ ਹੁੰਦੀ ਹੈ, ਕੋਈ ਵੀ ਪਦਾਰਥ ਹੁੰਦਾ, ਬਸਤਰ ਲਾਹ ਲੈਣੇ, ਉਹਨੂੰ ਨੰਗਾ ਕਰ ਦਿੰਦੇ ਨੇ। ਇਸੇ ਪ੍ਰਕਾਰ ਮਾਇਆ ਰੂਪੀ ਠੱਗ ਨੇ ਮੋਹ ਦੀ ਠੱਗ ਬੂਟੀ ਪਾ ਦਿੱਤੀ, ਜਿਸ ਤੋਂ ਹਉਮੈ ਕਰਕੇ ਸ੍ਰਿਸ਼ਟੀ ਮਰ ਰਹੀ ਹੈ। ਉਹੀ ਸੰਸਾਰ ਵਿੱਚ ਵਰਤਾਰਾ ਵਰਤ ਰਿਹਾ, ਸਾਰਾ ਸੰਸਾਰ ਮੋਹ ਰੂਪੀ ਠੱਗ ਬੂਟੀ ਵਿੱਚ ਵਰਤ ਰਿਹਾ। ਮਾਇਆ ਹੀ ਵਰਤ ਰਹੀ ਹੈ, ਭਾਵ ਸਾਰੇ ਸੰਸਾਰ ਨੂੰ ਚਿੰਬੜ ਰਹੀ ਹੈ। ਉਹ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹਰ ਪਾਸੇ ਉਹਦਾ ਵਰਤਾਰਾ ਹੋ ਰਿਹਾ। ਫਿਰ ਪਦਾਰਥਾਂ ਦੀ ਮੰਗ ਤੋਂ ਬਿਨਾਂ, ਥੋੜੇ ਬਹੁਤੇ ਲਾਲਚ ਤੋਂ ਬਿਨਾਂ, ਪਰਿਵਾਰ ਵਿੱਚ ਰਹਿਣ ਤੋਂ ਬਿਨਾਂ ਸੰਸਾਰ ਦੀ ਪੈਦਾਇਸ਼ ਕਿਵੇਂ ਹੋਏਗੀ, ਉਤਪੱਤੀ ਕਿਵੇਂ ਹੋਣੀ ਹੈ, ਵਧੂ ਕਿਵੇਂ ਦੁਨੀਆ। ਅਸਲ ਦੇ ਵਿੱਚ ਇਹ ਚੀਜ਼ਾਂ ਨੂੰ ਕੰਟਰੋਲ 'ਚ ਰੱਖਣਾ ਸੌਖਾ ਜਿਹਾ ਸਮਝ ਆ ਜੇ। ਆ ਬਿਜਲੀ ਹੈ, ਲਾਈਟ ਹੈ, ਚੱਲ ਰਹੀ ਆ, ਨੋਰਮਲ ਹੈ, ਸਹੀ ਵੋਲਟ ਆ ਰਿਹਾ ਤਾਰਾਂ ਦੇ ਵਿੱਚ, ਪੱਖਿਆਂ ਦੇ ਵਿੱਚ, ਏਸੀ ਦੇ ਵਿੱਚ। ਜੇ ਘਟ ਗਿਆ ਇਹਨਾਂ ਨੇ ਚੱਲਣੀ ਨਹੀਂ, ਹੌਲੀ ਹੌਲੀ ਲਾਈਟ ਵੀ ਨਹੀਂ ਦਿਖਣੀ ਚੰਗੀ ਤਰ੍ਹਾਂ, ਆ ਟਿਊਬਾਂ ਬੱਲਬ ਚਾਨਣੀ ਨਹੀਂ ਕਰਨਾ, ਹਨੇਰਾ ਜਾਊ। ਜੇ ਵੱਧ ਗਈ ਉਹਨੇ ਮਚਾ ਦੇਣਾ। ਬੁਖਾਰ ਸਾਡੇ ਅੰਦਰ ਹੈ, ਤਾਪ, ਟੈਂਪਰੇਚਰ ਜਿਹਨੂੰ ਆਪਾਂ ਕਹਿੰਦੇ ਆ, ਜੇ ਵੱਧ ਗਿਆ 98 ਤੋਂ ਪਲੱਸ ਹੋ ਗਿਆ, 102, 3, 4, 5 ਤੱਕ ਹੋ ਗਿਆ ਤਾਂ ਬੰਦਾ ਗਿਆ। ਟੈਂਪਰੇਚਰ ਵੱਧ ਗਿਆ ਬੰਦੇ ਦਾ, ਬੁਖਾਰ, ਤਾਪ ਜਿਹਨੂੰ ਕਹਿੰਦੇ ਆਪਾਂ, ਗਿਆ। ਜੇ ਘਟ ਗਿਆ 98 ਤੋਂ ਬੰਦਾ ਤਾਂ ਵੀ ਗਿਆ। ਭਾਵ ਰਹਿਣਾ ਸੰਸਾਰ 'ਚ ਇਹਨਾਂ ਨੂੰ ਹੱਦ 'ਚ, ਉਹ ਉੱਪਰ ਨਾ ਆਵੇ। ਹੋਰ ਪ੍ਰਮਾਣ ਲਓ, ਸਾਡੀ ਜ਼ਿੰਦਗੀ ਜਿਹੜੀ ਆ ਨਾ, ਇਹ ਕਿਸ਼ਤੀ ਆ।
ਕਹੀਏ ਬੇੜੀ। ਸੰਸਾਰ ਰੂਪੀ ਪਦਾਰਥ ਆ, ਜਿੰਨੀ ਵੀ ਦੁਨੀਆ, ਇਹ ਮਾਇਆ ਰੂਪੀ ਪਾਣੀ ਆ, ਪਾਣੀ। ਜੀਵਨ ਸਾਡਾ ਬੇੜੀ ਹੈ, ਸੰਸਾਰ ਪਾਣੀ ਆ, ਪਦਾਰਥ ਮਾਇਆ ਸਭ ਕੁਛ ਵਿੱਚੇ ਆ ਗਿਆ, ਇਹ ਪਾਣੀ ਆ। ਬੇੜੀ ਜਿਹੜੀ ਆ ਪ੍ਰੇਮੀਓ, ਬੇੜੀ ਕਿਸ਼ਤੀ ਪਾਣੀ ਵਾਲੀ, ਉਹ ਕਿੱਥੇ ਤੈਰੂਗੀ? ਪਾਣੀ 'ਚ। ਪਾਣੀ 'ਚ ਤਰਨੀ ਆ। ਸੜਕ ਤੇ ਤਾਂ ਤੈਰਦੀ ਨਹੀਂ ਕਿਸ਼ਤੀ। ਬੇੜੀ ਜਿਹੜੀ ਆ ਵੀ ਸੜਕੇ ਤੇ ਆ, ਇੱਥੇ ਲਿਆ ਕੇ ਧਰ ਲਈ ਆਪਾਂ ਸੜਕੇ ਤੇ, ਉਹ ਕਿਵੇਂ ਤੈਰੂ? ਪਾਣੀ ਇਹ ਨਹੀਂ, ਉਹ ਪਾਣੀ 'ਚ ਤੈਰੂ ਨਹੀਂ, ਖੜੀ ਰਹੂਗੀ, ਪਈ ਰਹੂਗੀ ਏਦਾਂ ਹੀ। ਉਹਨੇ ਪਾਣੀ 'ਚ ਤੈਰਨਾ। ਤੇ ਸੜਕ ਦੀ ਉਹ ਤੈਰਦੀ ਨਹੀਂ, ਤੈਰਦੀ ਪਾਣੀ 'ਚ ਤੈਰਦੀ ਹੈ। ਤੇ ਜਦੋਂ ਉਹਨੇ ਡੁੱਬਣਾ, ਉਦੋਂ ਪਾਣੀ 'ਚ ਡੁੱਬਣਾ। ਡੁੱਬਣਾ ਵੀ ਉਹਨੇ ਪਾਣੀ 'ਚ ਹੈ, ਤੈਰਨਾ ਵੀ ਪਾਣੀ 'ਚ ਹੈ। ਬਸ ਫਰਕ ਇੰਨਾ, ਜਿੰਨਾ ਟਾਈਮ ਤਾਂ ਪਾਣੀ ਹੇਠਾਂ ਹੁੰਦਾ ਬੇੜੀ ਦੇ, ਤਾਂ ਤੈਰਦੀ ਜਾਂਦੀ ਆ। ਜੇ ਉਹ ਪਾਣੀ ਵਿੱਚ ਪੈ ਗਿਆ ਤਾਂ ਡੁੱਬ ਗਈ। ਇਸੇ ਤਰ੍ਹਾਂ ਜੀਵਨ ਸਾਡਾ ਬੇੜੀ ਆ, ਸੰਸਾਰ ਮਾਇਆ ਰੂਪੀ ਪਾਣੀ ਆ। ਜੇ ਤਾਂ ਇਹਨੂੰ ਆਪਾਂ ਹੇਠਾਂ ਰੱਖਿਆ, ਭਾਵ ਇਤਨਾ ਕੁ ਲਗਾਓ ਰੱਖਿਆ ਕਿ ਆਪਾਂ ਰੱਬ ਦੀ ਰਜ਼ਾ 'ਚ ਰਹਿੰਦੇ ਹਾਂ। ਹੇਠਾਂ ਚੱਲ ਰਹੀ ਆ ਬੇੜੀ, ਲੰਘ ਜੂ ਪਾਰ। ਜੇ ਰੱਬ ਭੁੱਲ ਗਏ, ਪਦਾਰਥ ਉੱਪਰ ਆ ਗਏ, ਮਾਇਆ ਰੂਪੀ ਪਾਣੀ ਉੱਪਰ ਆ ਗਿਆ, ਸਾਡੀ ਜ਼ਿੰਦਗੀ ਰੂਪੀ ਬੇੜੀ ਜਿਹੜੀ ਆ ਡੁੱਬ ਜਾਣੀ ਆ। ਸੋ ਇਹ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਵਰਤ ਰਿਹਾ ਮਾਇਆ ਦਾ ਵਰਤਾਰਾ, ਵੱਧ ਰਿਹਾ। ਇਸ ਕਰਕੇ ਉਸ ਪਰਮਾਤਮਾ ਅੱਗੇ ਇਉਂ ਬੇਨਤੀ ਕਰੋ ਕਿ ਮੇਰੇ ਪ੍ਰੀਤਮਾ, ਮੈਂ ਤੁਝ ਬਿਨ ਅਵਰ ਨਾ ਕੋਏ। ਐ ਰੱਬ ਜੀ, ਪਰਮ ਪ੍ਰੇਮ ਦੇ ਅਸਪਦ ਰੂਪ, ਐ ਮਾਲਕ ਪ੍ਰੀਤਮਾ ਜੀ, ਮੈਂ ਕਹੀਏ ਮੇਰੀ ਤੇਰੇ ਤੋਂ ਬਿਨਾ ਹੋਰ ਕੋਈ ਵੀ ਰੱਖਿਆ ਕਰਨ ਵਾਲਾ ਨਹੀਂ ਆ। ਮੈਂ ਤੁਝ ਬਿਨ ਅਵਰ ਨਾ ਕੋਏ, ਰੱਬ ਤੋਂ ਬਿਨਾ ਦੂਜਾ ਕੋਈ ਨਹੀਂ ਆ। ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੈ ਸੁਖ ਹੋਏ। ਕਹਿੰਦੇ ਮੈਨੂੰ ਤੇਰੇ ਤੋਂ ਬਿਨਾ ਹੋਰ ਕੋਈ ਵੀ ਚੰਗਾ ਨਹੀਂ ਲੱਗਦਾ। ਜੇ ਸਾਡੇ ਹਿਰਦੇ 'ਚ ਤੂੰ ਭਾ ਜਾਵੇਂ, ਜਾਂ ਤੈਨੂੰ ਸਾਡੇ ਸਾਧਨ ਸ਼ਰਧਾ ਆਦਿਕ ਭਾ ਜਾਣ, ਤਾਂ ਸੁਖ ਦੀ ਪ੍ਰਾਪਤੀ ਹੋਏਗੀ। ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੈ ਸੁਖ ਹੋਏ। ਜੇ ਅਸੀਂ ਸੰਸਾਰ 'ਚ ਰਹਿੰਦੇ ਉਹਨੂੰ ਚੰਗੇ ਲੱਗਾਂਗੇ ਨਾ, ਤਾਂ ਸੁੱਖ ਆ। ਭਾਵ ਜੇ ਉਹਨੂੰ ਭਾਵਾਂਗੇ, ਉਹਨੂੰ ਭਾ ਗਏ, ਤਾਂ ਸੁਖ ਦੀ ਪ੍ਰਾਪਤੀ ਆ। ਭਾਵ ਕੇ ਤੁਧ ਭਾਣੇ ਤੂੰ ਭਾਵੈ ਕਰਤੇ, ਆਪੇ ਰਸਨ ਰਸਾਏ ਦਾ। ਜਿਹੜੇ ਤੇਰੇ ਭਾਣੇ ਨੂੰ ਮੰਨਦੇ ਆ, ਉਹ ਤੈਨੂੰ ਭਾਉਂਦੇ ਨੇ ਸੱਚੇ ਪਾਤਸ਼ਾਹ ਜੀ। ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਆ। ਉਹਦੀ ਰਜ਼ਾ 'ਚ ਰਹਿ ਕੇ ਸਕੂਨ ਮਿਲਣਾ, ਸੁਖ ਮਿਲਣਾ, ਸ਼ਾਂਤੀ ਮਿਲਣੀ ਆ। ਉਹਦੀ ਰਜ਼ਾ ਤੋਂ ਰਹਿ ਕੇ ਜਦੋਂ ਤੁਰਾਂਗੇ, ਭਾਵ ਹੱਦ ਬੰਦੇ ਲੰਘ ਗਏ। ਮਹਾਰਾਜ ਨੇ ਸਾਡੇ ਆਲੇ ਦੁਆਲੇ ਗੁਰਸਿੱਖ ਪਿਆਰਿਓ, ਚੌਕੀ ਚੌਗਿਰਦ ਹਮਾਰੇ ਗੁਰੂ ਰਾਮ ਨਾਮ ਰਖਵਾਰੇ। ਸਾਡੇ ਆਲੇ ਦੁਆਲੇ ਗੁਰੂ ਸਾਹਿਬ ਨੇ ਸ਼ਬਦ ਦੀ, ਗੁਰਬਾਣੀ ਦੀ ਕਾਰ ਕੀਤੀ ਆ। ਕਹੀਏ ਕਿ ਰੇਖਾ ਖਿੱਚੀ ਆ। ਰੇਖਾ ਜਿਵੇਂ ਉਹ ਲਛਮਣ ਰੇਖਾ ਅੰਦਰ ਸੀ, ਮਾਤਾ ਸੀਤਾ ਠੀਕ ਸੀ, ਕੋਈ ਹੱਥ ਨਹੀਂ ਸੀ ਪਾ ਸਕਦਾ। ਜਦੋਂ ਉਹਨੇ ਰੇਖਾ ਲੰਘੀ, ਉਹ ਕਾਰ ਲੰਘ ਗਈ, ਤਾਂ ਚੁੱਕ ਕੇ ਲੈ ਗਿਆ ਰਾਵਣ। ਇਸੇ ਤਰ੍ਹਾਂ ਜਿਹੜੇ ਪੰਜ ਚੋਰ ਨੇ, ਹੱਦਬੰਦੀ ਜਦੋਂ ਅਸੀਂ ਲੰਘ ਗਏ ਨਾ ਰੇਖਾ, ਉਹ ਕਾਰ ਲੰਘ ਗਏ। ਸ਼ਬਦ ਦੀ ਕਾਰ, ਸ਼ਬਦ ਦੇ ਅੰਦਰ ਰਵਾਂਗੇ, ਉਹਦੀ ਰਜ਼ਾ 'ਚ ਰਵਾਂਗੇ। ਸ਼ਬਦ ਦੀ ਕਾਰ ਦੀ ਜੋ ਰੇਖਾ ਜਿਹੜੀ ਹੈ, ਉਹਦੇ ਵਿੱਚ ਰਵਾਂਗੇ। ਗੁਰਮੁਖੋ ਕੋਈ ਵਿਕਾਰ ਸਾਨੂੰ ਜ਼ੋਰ ਨਹੀਂ ਪਾ ਸਕਦਾ, ਕੋਈ ਲੁੱਟ ਕੇ ਨਹੀਂ ਲਿਜਾ ਸਕਦਾ। ਜੇ ਕਾਰ ਲੰਘ ਗਏ, ਚੇਤੇ ਨਾ ਕੀਤਾ ਗੁਰੂ ਦੇ ਬਚਨਾਂ ਨੂੰ, ਤਾਂ ਉਹਨੇ ਲੁੱਟ ਲੈਣਾ।
ਧਿਆਨ ਨਾਲ ਸਮਝੋ ਬੇਨਤੀ। ਕਾਰ ਚ ਰਵਾਂਗੇ, ਸ਼ਬਦ ਦੀ ਰਜਾ ਚ ਰਵਾਂਗੇ, ਗੁਰੂ ਸਾਹਿਬ ਦੇ ਭਾਣੇ ਚ ਰਵਾਂਗੇ, ਗੁਰਬਾਣੀ ਅਨੁਸਾਰ ਤੁਰਾਂਗੇ, ਕੋਈ ਲੁੱਟ ਨਹੀਂ ਸਕਦਾ। ਬਾਹਰ ਦੀ ਲੁੱਟ ਦੀ ਗੱਲ ਨਹੀਂ ਆ। ਅੰਦਰ ਜਿਹੜੇ ਵਿਕਾਰ, ਮਾੜੇ ਖਿਆਲਾਤ, ਸੰਕਲਪ ਵਿਕਲਪ ਬੰਦੇ ਦੇ ਉੱਠਦੇ ਆ, ਬਣਦੇ ਅੰਦਰ, ਉਹ ਦਿਨ ਰਾਤ ਲੁੱਟਦੇ ਨੇ। ਤੇ ਮਹਾਰਾਜ ਕਹਿੰਦੇ ਜੋ ਭਾਣੇ ਚ ਨੇ ਉਹਨਾਂ ਨੂੰ ਕੋਈ ਲੁੱਟ ਨਹੀਂ ਸਕਦਾ। ਬੇਨਤੀ ਕਰੋ ਮਾਲਕ ਨੂੰ, ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ। ਇਸ ਕਰਕੇ ਭਾਈ ਪਰਮੇਸ਼ਰ ਦੇ ਭਾਉਣ ਵਾਸਤੇ ਪ੍ਰੇਮ ਦੇ ਨਾਲ ਨਾਮ ਨੂੰ ਸਲਾਹੁਣਾ ਕਰੀਏ ਅਤੇ ਸਤਿਗੁਰਾਂ ਦੇ ਸ਼ਬਦ ਦੁਆਰਾ ਆ ਜੋ ਲੱਭ ਲੋਭ ਹੰਕਾਰ ਵੱਲੋਂ ਸੰਤੋਖ ਧਾਰਨਾ ਕਰੀਏ। ਸੰਤੋਖ ਹੋਵੇ ਭਾਵ ਕਿ ਹੱਦ ਚ ਰਹੀਏ। ਇਹ ਪਦਾਰਥਾਂ ਦੇ ਮੋਹ ਨੂੰ, ਲਾਲਚ ਨੂੰ ਉੱਪਰ ਨਾ ਆਉਣ ਦਈਏ। ਪਾਣੀ ਆ ਨਾ, ਜੇ ਉੱਪਰ ਆ ਗਿਆ ਤਾਂ ਬੇੜੀ ਡੁੱਬੂ, ਗਿਆ ਤਾਂ ਵੀ ਤੈਰਨੀ ਨਹੀਂ, ਉਹ ਪਾਰ ਨਹੀਂ ਲੰਘਣੀ। ਗੁਰੂ ਕੈ ਸ਼ਬਦ ਸੰਤੋਖ, ਗੁਰੂ ਦੇ ਸ਼ਬਦ ਰਾਹੀਂ ਸੰਤੋਖ ਧਾਰਨ ਕਰੀਏ। ਜੋ ਦਿਸੈ ਸੋ ਚਲਸੀ, ਕੂੜਾ ਮੋਹ ਨਾ ਵੇਖ। ਕਹਿੰਦੇ ਜੋ ਕੁਝ ਦਿਸ ਰਿਹਾ ਪਿੱਛੇ ਚਲਿਆ ਗਿਆ ਸੀ, ਹੁਣ ਵੀ ਚੱਲਦਾ ਜਾ ਰਿਹਾ, ਅੱਗੇ ਨੂੰ ਵੀ ਜੋ ਕੁਝ ਵਰਤਮਾਨ ਸਮੇਂ ਵਿੱਚ ਪ੍ਰਤੀਤ ਹੁੰਦਾ ਹੈ ਨਾ, ਉਹ ਵੀ ਚਲਿਆ ਜਾਣਾ ਹੈ। ਇਹ ਕੂੜਾ ਕਹੀਏ, ਝੂਠਾ ਮੋਹ ਹੈ, ਇਹਨਾਂ ਵੱਲ ਵੇਖ ਕੇ ਸੱਚੇ ਨਾ ਸਮਝੀਏ। ਨਾਸਵੰਤ ਸਮਝ ਜੋ ਕੁਝ ਵੇਖਣਾ ਇਹ ਸਭ ਕੂੜ ਹੈ, ਝੂਠ ਹੈ, ਇਹਦਾ ਮੋਹ ਨਾ ਕਰ। ਭਾਵ ਰਹੀਏ ਵਿੱਚੇ, ਪਰ ਇੰਨਾ ਮੋਹ ਨਾ ਹੋਵੇ ਕਿਸੇ ਰੱਬ ਵੱਲੋਂ ਚੇਤ ਹੋ ਜਾਈਏ। ਰੱਬ ਭੁੱਲ ਜਾਏ ਸਾਨੂੰ, ਰਜਾ ਚ ਰਹਿਣਾ ਭੁੱਲ ਜਾਈਏ, ਮਾੜੇ ਰਾਹ ਅਪਣਾ ਲਈਏ। ਇੱਕ ਦਿਨ ਫਿਰ ਉਹ ਅਪਣਾਏ ਹੋਏ ਮਾੜੇ ਕਰਮਾਂ ਕਰਕੇ, ਰਾਹਾਂ ਕਰਕੇ ਪਛਤਾਉਣਾ ਪਏਗਾ। ਮਹਾਰਾਜ ਤਾਂ ਹੀ ਸਮਝਾਉਂਦੇ ਆ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਹੈ। ਉਹ ਕਿਉਂ ਕਰਨਾ ਜਿਹਦੇ ਕਰਨ ਕਰਕੇ ਅੰਤ ਵੇਲੇ ਪਛਤਾਉਣਾ ਪਵੇ। ਭਾਵ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਇੱਕ ਦਿਨ ਸਾਈਂ ਦੇ ਦਰਬਾਰ 'ਚ ਜਾਣਾ, ਉੱਥੇ ਜਾ ਕੇ ਸ਼ਰਮਿੰਦਾ ਨਾ ਹੋਣਾ ਪਵੇ। ਤੇ ਮਹਾਰਾਜ ਕਹਿੰਦੇ ਆ ਬਾਟ ਬਟਾਊ ਆਇਆ ਨਿਤ ਚੱਲਦਾ ਸਾਥ ਦੇਖ। ਭਾਈ ਤੂੰ ਜੰਮਣ ਮਰਨ ਦੇ ਬਾਟ ਕਹੀਏ ਰਸਤੇ ਵਿੱਚ, ਪਰਲੋਕ ਵਿੱਚੋਂ ਬਟਾਊ ਕਹੀਏ ਰਾਹੀ ਬਣ ਕੇ ਆਇਆ, ਅਤੇ ਹਮੇਸ਼ਾ ਹੀ ਆਪਣੇ ਸਾਥੀਆਂ ਨੂੰ ਪਰਲੋਕ ਵੱਲ ਚੱਲਦਾ ਵੇਖ ਰਿਹਾ। ਇੱਥੋਂ ਦੁਨੀਆ ਨੂੰ ਜਾਂਦਾ ਤੂੰ ਵੇਖ ਰਿਹਾ। ਭਾਵ ਮਰ ਕੇ ਇੱਥੋਂ ਤੁਰੇ ਜਾ ਰਹੇ ਨੇ। ਕਈ ਬਰਾਬਰ ਦੀ ਉਮਰ ਵਾਲੇ ਚਲੇ ਗਏ, ਕਈ ਬਾਲਕ ਅਵਸਥਾ ਵਿੱਚ ਗੁਜ਼ਰ ਗਏ, ਕਈ ਕਿਸ਼ੋਰ ਅਵਸਥਾ ਵਿੱਚ, ਕਈ ਜਵਾਨ ਅਵਸਥਾ ਵਿੱਚ, ਕਈ ਬਿਰਧ ਅਵਸਥਾ ਵਿੱਚ ਪਹੁੰਚ ਕੇ ਗੁਜ਼ਰ ਗਏ। ਜਾਣਾ ਸਭ ਨੇ ਆ, ਸਭ ਸਾਥੀ ਚੱਲਦੇ ਦੇਖ ਰਹੇ ਹਾਂ ਅਸੀਂ ਸਾਰੇ। ਜੋ ਹਮੇਸ਼ਾ ਹੀ ਤੇਰੇ ਸਰੀਰ ਦੇ ਆ ਜਿਹੜੇ ਇੰਦਰੀਏ ਸਾਥੀ ਸਨ, ਸਭ ਆਪਣਾ ਕੰਮ ਛੱਡ ਕੇ ਤੁਰੀ ਜਾਂਦੇ ਨੇ। ਭਾਵ ਕਿ ਬਚਪਨ ਦਾ ਰਸ ਜਿਹੜਾ ਜਵਾਨੀ 'ਚ ਨਹੀਂ ਕੰਮ ਦਿੰਦਾ। ਬਚਪਨ ਦੀਆਂ ਖੇਡਾਂ ਜਿਹੜੀਆਂ ਨੇ ਜਵਾਨੀ 'ਚ ਨਹੀਂ ਕੰਮ ਆਉਂਦੀਆਂ। ਜਵਾਨੀ ਦੇ ਰਸ ਜਿਹੜੇ ਨੇ, ਖਾਣਾ ਪੀਣਾ, ਛਾਲਾਂ ਮਾਰਨੀਆਂ, ਉਹ ਬੁਢੇਪੇ 'ਚ ਨਹੀਂ ਕੰਮ ਆਉਣਗੀਆਂ। ਸਮਾਂ ਤੁਰਿਆ ਜਾਂਦਾ ਸਭ ਕੁਛ, ਸਮੇਂ ਸਮੇਂ ਦੇ ਰਾਗ ਨੇ ਕਹੀਏ। ਉਹ ਕਹਿੰਦੇ ਸਭ ਆਪਣਾ ਕੰਮ ਛੱਡ ਕੇ ਤੁਰੀ ਜਾਂਦੇ ਨੇ। ਵਿਰਧ ਅਵਸਥਾ ਵਿੱਚ ਬੰਦਾ ਆਪਣੇ ਇੰਦਰੀਆਂ ਰੂਪੀ ਸਾਥੀਆਂ ਨੂੰ ਚੱਲਦਾ ਵੇਖ ਰਿਹਾ। ਤੂੰ ਵੀ ਇੱਥੋਂ ਹਮੇਸ਼ਾ
ਭਾਵ ਇੱਥੇ ਹਮੇਸ਼ਾ ਨਹੀਂ ਰਹਿਣਾ। ਚੱਬਣਾ ਚੱਲਣ ਰਤਨ ਸੇ ਸੁਣੀਅਰ ਵਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚਲ ਗਏ। ਚੱਲਣ ਦੀ ਸ਼ਕਤੀ ਚਲੀ ਗਈ, ਚੱਬਣ ਦੰਦ ਗਏ, ਚੱਲਣ ਰਤਨ ਸੇ ਅੱਖਾਂ ਗਈਆਂ ਵੇਖਣੋਂ, ਸੁਣੀਅਰ ਵਹਿ ਗਏ, ਜਿਹੜੇ ਕੰਨ ਸੁਣਦੇ ਨੇ ਉਹ ਸੁਣਨ ਦੀ ਸ਼ਕਤੀ ਵੀ ਚਲੀ ਗਈ, ਬੋਲਣ ਦੀ ਸ਼ਕਤੀ ਵੀ ਚਲੀ ਗਈ। ਹੇੜੇ ਮੁੱਤੀ ਧਾ ਸੇ ਜਾਨੀ ਚਲ ਗਏ, ਭਾਵ ਹਰ ਇੱਕ ਰਸ ਨੇ, ਹਰ ਇੱਕ ਤਾਕਤ ਨੇ, ਹਰ ਇੱਕ ਸ਼ੈ ਨੇ ਇੱਥੋਂ ਜਾਣਾ ਕਰਨਾ, ਜਾ ਰਹੇ ਨੇ। ਅੱਖਾਂ ਆ ਇੰਨੀ ਲੋਇਣ ਵੇਖਦੇ ਆ, ਕੇਤੀ ਚੱਲ ਗਈ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਅੱਖਾਂ ਨਾਲ ਵੇਂਦੇ ਆ ਕਿੰਨੀ ਦੁਨੀਆ ਚਲੀ ਗਈ। ਇਸ ਕਰਕੇ ਗੁਰਮੁਖੋ ਰੱਬ ਦੀ ਰਜ਼ਾ ਚ ਰਹੀਏ, ਰੱਬ ਰੱਬ ਕਰੀਏ। ਪਤਾ ਨਹੀਂ ਕਦੋਂ ਇੱਥੋਂ ਕੂਚ ਕਰ ਜਾਣਾ, ਕਦੋਂ ਉਡਾਰੀ ਲਾ ਜਾਈਏ, ਕੋਈ ਪਤਾ ਨਹੀਂ ਲੱਗਦਾ। ਹੁਣ ਮੈਂ ਬੋਲ ਰਿਹਾ, ਕਿਆ ਪਤਾ ਅਗਲੇ ਪਲਾਂ ਚ ਨਾ ਇਹ ਹੋਵਾਂ, ਤੁਹਾਡੇ ਚੋਂ ਨਾ ਕੋਈ ਹੋਵੇ, ਕੀ ਪਤਾ ਲੱਗਦਾ। ਇਸ ਕਰਕੇ ਕਿਰਦਾਰ ਜੀਵਨ ਐਦਾਂ ਦਾ ਬਣਾ ਕੇ ਜਿਉਈਏ, ਐਵੇਂ ਦਾ ਜੀਵਨ ਜਿਉ ਕਿ ਆਨੰਦ ਆ ਜਾਵੇ, ਐਦਾਂ ਦਾ ਜੀਵਨ ਹੋਵੇ। ਆਓ ਜੀ ਕਲਯੁਗੀ ਸੋਚ ਤੋਂ ਦੂਰ ਰਹੀਏ, ਗੁਰਬਾਣੀ ਅਨੁਸਾਰ ਆਪਣੀ ਸੋਚ ਵਿਚਾਰ ਬਣਾਈਏ। ਹੋਈਆਂ ਭੁੱਲਾਂ ਤੋਂ ਖਿਮਾ। ਇੱਥੇ ਸਮਾਪਤੀ ਹੈ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ, ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।